हेलो एवरीवन, सत श्री अकाल साਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ ਦੂਜਾ ਚੈਪਟਰ ਕ੍ਰਿਟੀਕਲ ਥਿੰਕਿੰਗ। ਕ੍ਰਿਟੀਕਲ ਥਿੰਕਿੰਗ ਨੂੰ ਆਪਾਂ ਪੰਜਾਬੀ 'ਚ ਕਹੀਦਾ ਹੈ ਆਲੋਚਨਾਤਮਕ ਸੋਚ, ਜਿਹਦੇ ਵਿੱਚ ਆਪਾਂ ਸੋਚ ਸਮਝ ਕੇ ਫਿਰ ਅੱਗੇ ਕੰਮ ਵੱਲ ਵਧਦੇ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ। ਏ ਪਾਰਟ, ਮਾਈ ਹੌਬੀ, यानी मेरा शौक की है। Dear students, we have learned a lot of valuable and easy things about the importance of time. प्यारे विद्यार्थियों, ਅਸੀਂ ਸਮੇਂ ਦੀ ਮਹੱਤਤਾ ਬਾਰੇ ਬਹੁਤ ਸਾਰੀਆਂ ਕੀਮਤੀ ਤੇ ਆਸਾਨ ਗੱਲਾਂ ਸਿੱਖੀਆਂ ਹਨ। But most of you must be of the opinion that people always talk about saving time and thinking rationally. ਪਰ ਤੁਸੀਂ ਹੁਣ ਤੱਕ ਦੇਖਿਆ ਹੋਵੇਗਾ ਕਿ ਅਕਸਰ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਉਹ ਇਸ ਗੱਲ ਤੇ ਵਿਚਾਰ ਕਰਦੇ ਨੇ ਕਿ ਕਿਵੇਂ ਟਾਈਮ ਨੂੰ ਬਚਾਉਣਾ ਚਾਹੀਦਾ ਹੈ ਤੇ ਕਿਵੇਂ ਸੋਚ ਸਮਝ ਕੇ ਹੀ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਕੋਈ ਡਿਸੀਜਨ ਲੈਣਾ ਚਾਹੀਦਾ ਹੈ। But how can we actually make it a part of our lives? But ਇਹ ਸਾਰੀਆਂ ਗੱਲਾਂ ਵੀ ਆਪਾਂ ਸਮੇਂ ਨੂੰ ਬਚਾਈਏ, ਅਸੀਂ ਸੋਚ ਸਮਝ ਕੇ ਫੇਰ ਪੈਰ ਪੱਟੀਏ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿਵੇਂ ਹਿੱਸਾ ਬਣਾ ਸਕਦੇ ਹਾਂ। This is the age when kids get most in their own imaginary world. ਇਹ ਉਹ ਉਮਰ ਹੈਗੀ ਹੈ ਜਦੋਂ ਬੱਚੇ ਆਪਣੀ ਹੀ ਕਾਲਪਨਿਕ ਦੁਨੀਆ ਦੇ ਵਿੱਚ ਜ਼ਿਆਦਾ ਘੁਸੇ ਰਹਿੰਦੇ ਨੇ, ਉਹਨਾਂ ਦਾ ਰੁਝਾਅ ਉਸ ਵੱਲ ਹੋ ਜਾਂਦਾ ਹੈ। And start thinking highly of themselves, paying little or no heed to other suggestion. ਤੇ ਇਸ ਉਮਰ ਦੇ ਵਿੱਚ ਅਕਸਰ ਉਹਨਾਂ ਦਾ ਧਿਆਨ ਦੂਜੇ ਦੇ ਜਿਹੜੇ ਸੁਝਾਅ ਹੈਗੇ ਨੇ ਬਜ਼ੁਰਗਾਂ ਦੇ, ਉਹਨਾਂ ਵੱਲ ਘੱਟ ਪੈਂਦਾ ਹੈ ਤੇ ਉਹ ਵੱਡਿਆਂ ਦੀ ਜਿਹੜੀ ਗੱਲ ਹੈਗੀ ਉਹਨਾਂ ਵੱਲ ਘੱਟ ਧਿਆਨ ਦਿੰਦੇ ਨੇ। ਉਹਨਾਂ ਨੂੰ ਲੱਗਦਾ ਹੈ ਵੀ ਉਹ ਹੀ ਜ਼ਿਆਦਾ ਸਮਝਦਾਰ ਹੈਗੇ ਨੇ ਇਸ ਵੇਲੇ। This is the crucial time of our lives when we have to think rationally. ਸਗੋਂ ਬੱਚਿਓ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਸਮਾਂ ਹੈਗਾ ਜਦੋਂ ਸਾਨੂੰ ਸਹੀ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਹੈ and move ahead to do something good in life. ਤੇ ਸੋਚ ਸਹੀ ਰੱਖਦੇ ਹੋਏ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਦੇ ਲਈ ਸਾਨੂੰ ਅੱਗੇ ਵਧਣਾ ਚਾਹੀਦਾ ਹੈ। To fulfill our aspirations, ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ। But this can only happen if we are focused. ਤੇ ਅਸੀਂ ਆਪਣੀਆਂ ਇੱਛਾਵਾਂ ਨੂੰ ਤਦ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਧਿਆਨ ਨਾਲ ਮਨ ਲਗਾ ਕੇ ਕੋਈ ਕੰਮ ਕਰੀਏ। If we are focused enough to learn new things with each passing day. ਤੇ ਅਸੀਂ ਤਾਂ ਹੀ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਹਰ ਲੰਘਦੇ ਦਿਨ ਦੇ ਨਾਲ ਨਵੀਆਂ ਚੀਜ਼ਾਂ ਸਿੱਖਣ ਦੇ ਲਈ ਪੂਰਾ ਧਿਆਨ ਆਪਣਾ ਲਾ ਦਈਏ। ਚਲੋ ਇੱਥੇ ਕੁਝ ਸਵਾਲ ਦਿੱਤੇ ਹੋਏ ਆ, ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਆ। ਪਹਿਲਾ ਸਵਾਲ ਹੈ, what is your hobby and favorite task? ਤੁਹਾਡੇ ਕੀ ਸ਼ੌਂਕ ਨੇ ਤੇ ਮਨਪਸੰਦ ਕੰਮ ਕੀ ਨੇ? ਤੇ ਇੱਥੇ ਮੈਂ ਇਹਦਾ ਆਨਸਰ ਲਿਖਿਆ, I love to play and watch cricket. ਮੈਨੂੰ ਕ੍ਰਿਕਟ ਖੇਡਣਾ ਤੇ ਦੇਖਣਾ ਬਹੁਤ ਪਸੰਦ ਹੈ। ਅੱਗੇ ਹੈਗਾ ਸੈਕੰਡ ਕੁਐਸਚਨ, what do you do to fulfill your task? ਤੁਸੀਂ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਕੀ ਕਰਦੇ ਹੋ? ਇਹਦਾ ਆਨਸਰ ਮੈਂ ਇੱਥੇ ਲਿਖਿਆ, in order to fulfill my task, I plan, organize and work with full dedication to complete it. ਜੇ ਮੈਨੂੰ ਕੋਈ ਕੰਮ ਦਿੱਤਾ ਜਾਂਦਾ ਹੈ ਤਾਂ ਮੈਂ ਪਹਿਲਾਂ ਉਸ ਲਈ ਯੋਜਨਾ ਬਣਾਉਂਦੀ ਹਾਂ, ਫਿਰ ਉਸਨੂੰ ਆਰਗੇਨਾਈਜ਼ ਕਰਦੀ ਹਾਂ ਕਿ ਕਿਵੇਂ ਕਿਵੇਂ ਹੋਣਾ, ਫਿਰ ਪੂਰਾ ਜੀ ਲਾ ਕੇ ਪੂਰੀ ਲਗਨ ਦੇ ਨਾਲ ਉਹਨੂੰ ਪੂਰਾ ਕਰਦੀ ਹਾਂ। ਅੱਗੇ ਥਰਡ ਕੁਐਸਚਨ, do you face any problems while performing your hobby? ਜੇ ਤੁਸੀਂ ਆਪਣੀ ਹੌਬੀ ਨੂੰ ਪਰਫਾਰਮ ਕਰ ਰਹੇ ਹੋ, ਆਪਣੀ ਹੌਬੀ ਤੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਮੈਂ ਲਿਖਿਆ, yes, I face many problems while performing my hobby. ਆਪਣੀ ਮਨ ਭਾਉਂਦੀ ਚੀਜ਼ ਨੂੰ ਕਰਨ ਦੇ ਵਿੱਚ ਵੀ ਕਈ ਵਾਰ ਰੁਕਾਵਟਾਂ ਆਉਂਦੀਆਂ ਨੇ। I learn new things every time I lose or win a match. ਕਿਉਂਕਿ ਮੈਨੂੰ ਕ੍ਰਿਕਟ ਖੇਡਣਾ ਪਸੰਦ ਹੈ, ਇਸ ਕਰਕੇ ਜਦ ਵੀ ਮੈਂ ਮੈਚ ਜਿੱਤਦੀਆਂ ਹਾਰਦੀਆਂ ਮੈਨੂੰ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਅੱਗੇ ਚੱਲਦੇ ਹਾਂ, does your hobby affect your study? ਜਦ ਤੁਸੀਂ ਖੇਡਦੇ ਹੋ ਕਿ ਤੁਹਾਡੀ ਪੜ੍ਹਾਈ ਤੇ ਅਸਰ ਪੈਂਦਾ ਹੈ ਉਹਦਾ? ਮੇਰਾ ਆਨਸਰ ਲਿਖਿਆ ਹੈ,
No, I balance time between my studies and hobbies and don't let my hobby affect my study. ਕਹਿਣ ਦਾ ਭਾਵ ਇਹ ਹੈਗਾ ਵੀ ਮੈਂ ਸਮੇਂ ਦੇ ਵਿੱਚ ਜਿਹੜੀ ਪੜ੍ਹਾਈ ਨੂੰ ਦੇਣ ਹੈ ਜਾਂ ਫਿਰ ਹੌਬੀ ਨੂੰ ਦੇਣ ਹੈ ਉਹਦੇ ਵਿਚਕਾਰ ਇੱਕ ਸੰਤੁਲਨ ਬਣਾਇਆ ਹੋਇਆ ਹੈ ਤੇ ਮੈਂ ਕਦੇ ਵੀ ਆਪਣੀ ਹੌਬੀ ਦਾ ਪ੍ਰਭਾਵ ਆਪਣੀ ਪੜ੍ਹਾਈ ਤੇ ਨਹੀਂ ਪੈਣ ਦਿੰਦੀ। ਅਗਲਾ Fifth question, have you ever discussed with your teachers about your hobby? ਕੀ ਤੁਸੀਂ ਆਪਣੇ ਸ਼ੌਂਕ ਬਾਰੇ ਕਦੇ ਆਪਣੇ ਅਧਿਆਪਕ ਨਾਲ ਗੱਲ ਕੀਤੀ ਹੈ? ਮੈਂ ਇੱਥੇ ਲਿਖਿਆ yes, they know my hobby and always motivate me to perform better. ਉਹਨਾਂ ਨੂੰ ਪਤਾ ਹੈ ਮੇਰਾ ਕੀ ਸ਼ੌਕ ਹੈਗਾ ਤੇ ਉਹ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਨੇ ਕਿ ਮੈਂ ਕੁਝ ਨਵਾਂ ਇਹਦੇ ਵਿੱਚ ਸਿੱਖਾਂ ਤੇ ਵਧੀਆ ਕੰਮ ਕਰਾਂ ਇਹਦੇ ਵਿੱਚ। Sixth question, do you sometimes face some problems while performing your hobby because of which you have to leave it midway? ਕੀ ਤੁਸੀਂ ਆਪਣੀ ਹੌਬੀ ਨੂੰ ਜਦ ਪਰਸਿਊ ਕਰਦੇ ਹੋ ਕੰਮ ਕਰਦੇ ਹੋ ਉਹਦੇ ਤੇ ਤੁਹਾਨੂੰ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਤੁਹਾਨੂੰ ਲੱਗਦਾ ਹੈ ਅੱਗੇ ਨਹੀਂ ਜਾ ਸਕਦਾ ਕੰਮ ਤੇ ਤੁਹਾਨੂੰ ਏਦਾਂ ਲੱਗਦਾ ਵੀ ਇਹਨੂੰ ਵਿਚਕਾਰ ਹੀ ਛੱਡਣਾ ਪਏਗਾ। ਹਾਊ ਡੂ ਯੂ ਫੀਲ ਐਟ ਦੈਟ ਟਾਈਮ ਤੇ ਉਸ ਵੇਲੇ ਤੁਹਾਨੂੰ ਕਿਹੋ ਜਿਹਾ ਲੱਗਦਾ? ਤੇਰਾ ਆਨਸਰ ਮੈਂ ਇੱਥੇ ਲਿਖਿਆ ਯੈਸ, sometimes I face problems while performing my hobby. ਹਾਂਜੀ, ਕਈ ਵਾਰ ਮੈਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਮੈਂ ਆਪਣੀ ਮਨਪਸੰਦ ਚੀਜ਼ ਵੀ ਕਰ ਰਹੀ ਹੁੰਦੀ ਹਾਂ, ਬਟ ਆਈ ਡੋਂਟ ਕੁਇਟ। ਤੇ ਮੈਂ ਉਸ ਸਮੇਂ ਜਦ ਮੈਨੂੰ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁਸ਼ਕਲਾਂ ਆ ਜਾਂਦੀਆਂ ਨੇ ਤਾਂ ਮੈਂ ਉਹਨੂੰ ਛੱਡਦੀ ਨਹੀਂ ਹਾਂ। ਰਾਦਰ ਆਈ ਓਵਰਕਮ ਮਾਈ ਵੀਕਨੈਸਿਸ, ਸਗੋਂ ਮੈਂ ਆਪਣੀ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਐਂਡ ਟਰਾਈ ਟੂ ਲਰਨ ਦ ਨਿਊ ਸਕਿੱਲ, ਤੇ ਨਵੀਂ ਚੀਜ਼ ਜਿਹੜੀ ਹੈ ਨਵਾਂ ਹੁਨਰ ਜਿਹੜਾ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਅੱਗੇ ਨੂੰ ਰੁਕਾਵਟ ਨਾ ਆਏ। ਅਗਲਾ ਸਵਾਲ, how do you feel after completing your favorite task or do you feel satisfied enough? ਤੁਸੀਂ ਆਪਣਾ ਮਨਪਸੰਦ ਕੰਮ ਪੂਰਾ ਕਰਨ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਕਾਫੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਕਿ ਨਹੀਂ? ਤੇ ਇਹਦਾ ਆਨਸਰ ਲਿਖਿਆ ਹੈ whenever my favorite task is completed I feel satisfied, ਮੈਨੂੰ ਬਹੁਤ ਸੰਤੁਸ਼ਟੀ ਹੁੰਦੀ ਹੈ। ਅੱਗੇ ਚੱਲਦੇ ਹਾਂ। Dear students, after going through the questions stated above, you will be able to know that your hobbies or your favorite tasks not only make you feel more comfortable, happy and content. ਪਿਆਰੇ ਵਿਦਿਆਰਥੀਓ, ਉੱਪਰ ਦੱਸੇ ਸਵਾਲਾਂ ਨੂੰ ਸਮਝਣ ਤੋਂ ਬਾਅਦ ਤੁਸੀਂ ਇਹ ਜਾਣ ਚੁੱਕੇ ਹੋਗੇ ਕਿ ਤੁਹਾਡੇ ਸ਼ੌਕ ਜਾਂ ਤੁਹਾਡਾ ਮਨਪਸੰਦ ਕੰਮ ਨੂੰ ਸਿਰਫ ਵਧੇਰੇ ਆਪਾਂ ਕਹਿ ਸਕਦੇ ਆ ਪੂਰਾ ਕਰਨ ਦੇ ਲਈ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਤੁਹਾਨੂੰ ਨਾ ਕੇਵਲ ਵਧੀਆ ਮਹਿਸੂਸ ਹੁੰਦਾ ਹੈ, ਜਿਵੇਂ ਆਪਾਂ ਕਹਿੰਦੇ ਆ ਆਰਾਮਦਾਇਕ ਮਹਿਸੂਸ ਹੁੰਦਾ ਹੈ, ਖੁਸ਼ ਮਹਿਸੂਸ ਹੁੰਦਾ ਹੈ, ਜਾਂ ਕੰਟੈਂਟ ਦਾ ਮਤਲਬ ਸੰਤੁਸ਼ਟੀ ਮਹਿਸੂਸ ਹੁੰਦੀ ਹੈ, but also gives you the courage, hope and ability to pursue your dreams. ਸਗੋਂ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਹਿੰਮਤ, ਉਮੀਦ ਤੇ ਨਾਲ ਦੀ ਨਾਲ ਸ਼ਮਤਾ ਵੀ ਦਿੰਦਾ ਹੈ ਸਭ ਕੁਝ। This enthusiasm and mindfulness shows you the right path and the way to pursue your dreams. ਤੇ ਇਹ ਉਤਸ਼ਾਹ ਤੇ ਇਹ ਜਜ਼ਬਾ ਜਿਹੜਾ ਹੈ ਉਹ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਜਾਂਦਾ ਹੈ ਤੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਵੀ ਦਿੰਦਾ ਹੈ। Dear students, your hobby not only makes you feel happier. ਪਿਆਰੇ ਵਿਦਿਆਰਥੀਓ, ਤੁਹਾਡਾ ਸ਼ੌਕ ਨਾ ਸਿਰਫ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ, but can also become a reason for your success in future. ਬਲਕਿ ਭਵਿੱਖ ਵਿੱਚ ਤੁਹਾਡੀ ਸਫਲਤਾ ਦਾ ਇੱਕ ਕਾਰਨ ਵੀ ਬਣ ਸਕਦਾ ਹੈ। Remember, with the right guidance and hard work, you can become perfectionist in your career. ਯਾਦ ਰੱਖੋ ਕਿ ਸਹੀ ਲਗਨ ਦੇ ਨਾਲ ਤੇ ਨਾਲ ਦੀ ਨਾਲ ਮਿਹਨਤ ਦੇ ਨਾਲ ਤੇ ਗਾਈਡੈਂਸ ਦੇ ਨਾਲ, ਯਾਨੀ ਕਿ ਜੇ ਤੁਹਾਨੂੰ ਕੋਈ ਗਿਆਨ ਦੇ ਰਿਹਾ ਹੈ ਉਸ ਦੇ ਨਾਲ ਤੁਸੀਂ ਆਪਣੇ ਖੇਤਰ ਦੇ ਵਿੱਚ ਇੱਕ ਸੰਪੂਰਨ ਆਦਮੀ ਬਣ ਸਕਦੇ ਹੋ, ਇੱਕ ਸੰਪੂਰਨ ਕਹਿ ਸਕਦੇ ਆਪਾਂ ਵਿਅਕਤੀ ਬਣ ਸਕਦੇ ਹੋ ਜਿਹਨੂੰ ਆਪਣੇ ਖੇਤਰ ਦੀ ਪੂਰੀ ਜਾਣਕਾਰੀ ਹੈਗੀ ਹੈ। Maybe your hobbies will become your career in this competitive world. ਹੋ ਸਕਦਾ ਹੈ ਤੁਹਾਡਾ ਸ਼ੌਕ ਹੀ ਜਿਹੜਾ ਹੈ ਉਹ ਅੱਗੇ ਜਾ ਕੇ ਤੁਹਾਡਾ ਪ੍ਰੋਫੈਸ਼ਨ ਬਣ ਜੇ, ਤੁਹਾਡਾ ਕੰਮ ਬਣ ਜੇ, ਤੁਸੀਂ ਕ੍ਰਿਕਟਰ ਬਣ ਜਾਓ।
है कि नहीं? Pursuing your hobby with sheer determination not only fill your contentment, ਇੱਥੇ ਆਏਗਾ pursuing your hobby with sheer determination not only fills you with contentment, यानी ਤੁਹਾਡੇ ਸ਼ੌਕ ਨੂੰ ਪੂਰਾ ਕਰਨਾ, ਆਪਣੇ ਉਹਨੂੰ ਸ਼ੌਕ ਨੂੰ ਹੌਬੀ ਨੂੰ ਚੇਜ਼ ਕਰਨਾ ਪੂਰੀ ਦ੍ਰਿੜਤਾ ਦੇ ਨਾਲ, ਇਹ ਨਾ ਕੇਵਲ ਤੁਹਾਨੂੰ ਇੱਕ ਸੰਤੁਸ਼ਟੀ ਦਿੰਦਾ ਹੈ, ਸੰਤੁਸ਼ਟੀ ਦੀ ਭਾਵਨਾ ਦਿੰਦਾ ਹੈ, improves your personality, ਸਗੋਂ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹਦੇ ਵਿੱਚ ਵੀ ਸੁਧਾਰ ਲੈ ਕੇ ਆਉਂਦਾ ਹੈ, and helps you have a better understanding of life, ਤੇ ਤੁਹਾਨੂੰ ਜੀਵਨ ਬਾਰੇ ਚੰਗੀ ਜਿਹੜੀ ਸਮਝ ਹੈਗੀ ਹੈ ਉਹ ਲੈਣ ਦੇ ਵਿੱਚ ਵੀ ਮਦਦ ਕਰਦਾ ਹੈ। Instill good personality traits such as patience and contentment, ਤੇ ਨਾਲ ਦੀ ਨਾਲ ਚੰਗੀ ਸ਼ਖਸੀਅਤ ਦੇ ਨਾਲ ਹੋਰ ਵੀ ਗੁਣ ਪੈਦਾ ਕਰਦਾ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਸੰਤੁਸ਼ਟੀ ਹੋ ਗਈ, ਸਬਰ ਹੋ ਗਿਆ। Students, you have all heard about Walt Disney. ਵਿਦਿਆਰਥੀਓ, ਤੁਸੀਂ ਸਾਰਿਆਂ ਨੇ ਵਾਲਟ ਡਿਜ਼ਨੀ ਬਾਰੇ ਤਾਂ ਸੁਣਿਆ ਹੀ ਹੋਵੇਗਾ। He was fond of making cartoons during his childhood. ਉਹਨਾਂ ਨੂੰ ਆਪਣੇ ਬਚਪਨ ਦੇ ਵਿੱਚ ਕਾਰਟੂਨ ਬਣਾਉਣ ਦਾ ਬਹੁਤ ਸ਼ੌਕ ਸੀ। By polishing his talent with hard work, he later on became one of the greatest cartoonists of the world. ਤੇ ਬਚਪਨ ਵਿੱਚ ਹੀ ਉਹਨਾਂ ਨੇ ਆਪਣੇ ਜਿਹੜੇ ਇਸ ਹੁਨਰ ਨੂੰ ਇੰਨਾ ਸੁਧਾਰ ਲਿਆ ਸੀ ਕਿ ਦੁਨੀਆ ਦੇ ਵਿੱਚ ਉਹ ਬੈਸਟ ਕਾਰਟੂਨਿਸਟ ਬਣ ਗਏ ਸੀ। This reminds me of some famous lines, ਤੇ ਇਹ ਗੱਲਾਂ ਮੈਨੂੰ ਕੁਝ ਮਸ਼ਹੂਰ ਲਾਈਨਸ ਦੀ ਯਾਦ ਦਿਲਾਉਂਦੀ ਹੈ। ਉਹ ਕੀ ਲਾਈਨਾਂ ਨੇ? The hard you works ਨਹੀਂ, work for something, ਜਿੰਨਾ ਤੁਸੀਂ ਮਿਹਨਤ ਲਾਉਂਦੇ ਹੋ ਕਿਸੇ ਚੀਜ਼ ਦੇ ਲਈ, the greater you'll feel when you achieve it, ਤੇ ਤੁਹਾਨੂੰ ਓਨਾ ਹੀ ਵਧੀਆ ਲੱਗੇਗਾ ਜਦ ਤੁਸੀਂ ਉਹਨੂੰ ਹਾਸਲ ਕਰ ਲੋਗੇ। Remember, difficult roads often lead to beautiful destinations. ਯਾਦ ਰੱਖਿਓ, ਮੁਸ਼ਕਲ ਟਫ ਸੜਕਾਂ ਹੀ ਅਕਸਰ ਸਾਨੂੰ ਸੁੰਦਰ ਮੰਜ਼ਿਲਾਂ ਵੱਲ ਲੈ ਕੇ ਜਾਂਦੀਆਂ ਨੇ। ਹਾਰਡ ਵਰਕ, ਮਿਹਨਤ, patience, sabr, and determination, dridta. These three golden qualities can change the person's life completely. ਤੇ ਇਹ ਤਿੰਨ ਜਿਹੜੇ ਗੁਣ ਹੈਗੇ ਨੇ ਵਿਅਕਤੀ ਦੀ ਜ਼ਿੰਦਗੀ ਨੂੰ ਪੂਰੀ ਤਰੀਕੇ ਦੇ ਨਾਲ ਬਦਲ ਸਕਦੇ ਨੇ। ਤੇ ਇਹਨਾਂ ਤਿੰਨ ਚੀਜ਼ਾਂ ਨੂੰ ਤੁਸੀਂ ਵੀ ਯਾਦ ਰੱਖਿਓ ਤੇ ਆਪਣੀ ਹੌਬੀ ਨੂੰ ਕਦੇ ਵੀ ਇਗਨੋਰ ਨਾ ਕਰਿਓ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਅਗਲੀ ਕਲਾਸ ਦੇ ਵਿੱਚ ਇਹਦਾ B ਪਾਰਟ ਕਰਾਂਗੇ। ਪਰ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।